1987 ਦੀ ਗੱਲ ਹੈ। ਜਵੇਦ ਤੇ ਹਸਨ ਦੋ ਬਹੁਤ ਅੱਛੇ ਦੋਸਤ ਹੈ। ਉਹਨਾਂ ਦੋਵਾਂ ਨੇ ਕਾਲਜ ਜਿਹੜਾ ਇਕੱਠਿਆਂ ਖਤਮ ਕੀਤਾ। ਕਾਲਜ ਖਤਮ ਹੋਣ ਤੋਂ ਬਾਅਦ ਹਸਨ ਜੋਬ ਦੀ ਤਲਾਸ਼ ਲਾ ਪਿਆ। ਉਹਨੇ ਆਖਿਆ ਜੀ ਮੈਂ ਮੇਰੇ ਗਰੀਬ ਮਾਂ-ਬਾਪ ਨੇ, ਮੈਂ ਉਹਦਾ ਸਹਾਰਾ ਬਣਾ ਉਹਨਾਂ ਦਾ। ਤੇ ਜਿਹੜਾ ਜਵੇਦ ਹੈ ਉਹਦਾ ਇਰਾਦਾ ਸੀ ਕਿ ਮੈਂ ਕਿਸੇ ਬਾਹਰ ਦੇ ਮੁਲਕ ਜਾ ਕੇ ਉੱਥੇ ਬਾਹਰ ਜਾ ਕੇ ਜੋਬ ਕਰਾਂ, ਮੈਂ ਪਾਕਿਸਤਾਨ 'ਚ ਜੋਬ ਨਹੀਂ ਕਰਨੀ। ਉਹ ਕਾਫੀ ਉਹਨੇ ਦੌੜ ਭੱਜ ਕੀਤੀ। ਆਖਰਕਾਰ ਉਹਨੂੰ ਪਤਾ ਲੱਗਾ ਕਿ ਜਾਪਾਨ ਨੂੰ ਬੰਦਿਆਂ ਦੀ ਜ਼ਰੂਰਤ ਹੈ। ਉਹ ਕਹਿੰਦੇ ਜਿਹੜਾ ਸਾਡੇ ਮੁਲਕ 'ਚ ਇੰਟਰ ਹੋ ਜਾਏਗਾ, 1987 ਦੀ ਗੱਲ ਹੈ, ਉਹਨਾਂ ਕਿਹਾ ਜਿਹੜਾ ਸਾਡੇ ਮੁਲਕ 'ਚ ਇੰਟਰ ਹੋ ਜਾਏਗਾ ਅਸੀਂ ਉਹਨੂੰ ਡਾਕੂਮੈਂਟ ਦੇਵਾਂਗੇ, ਨਾਲੇ ਕੰਮ ਵੀ ਦੇਵਾਂਗੇ। ਜਵੇਦ ਨੇ 200-300 ਰੁਪਏ ਦਾ ਪਾਸਪੋਰਟ ਬਣਦਾ ਸੀ, ਉਹਨੇ ਪਾਸਪੋਰਟ ਬਣਵਾ ਲਿਆ। ਪਾਸਪੋਰਟ ਬਣਵਾ ਕੇ ਉਹਨੇ ਟਿਕਟ ਕਰਾਈ ਤੇ ਟੁਰ ਗਿਆ। ਆਮ ਬੰਦਾ ਤੇ ਉਸ ਟਾਈਮ 200-300 ਵੀ ਨਹੀਂ ਕਰ ਸਕਦਾ ਆ। ਉਹ ਉੱਥੇ ਜਾ ਕੇ ਜੋਬ ਕਰਨ ਲੱਗ ਪਿਆ ਜਾਪਾਨ। ਤਕਰੀਬਨ ਉਹਨੇ 5-6 ਸਾਲ ਉੱਥੇ ਜੋਬ ਕੀਤੀ। ਜੋਬ ਕਰਨ ਤੋਂ ਬਾਅਦ ਉਹ ਵਾਪਸ ਘਰ ਆਇਆ। ਉਹਨਾਂ ਘਰਦਿਆਂ ਉਹਦੀ ਸ਼ਾਦੀ ਕੀਤੀ, ਜਵੇਦ ਦੀ ਸ਼ਾਦੀ ਕੀਤੀ ਤੇ ਪਿੱਛੋਂ ਬੇਟਾ ਆਇਆ ਉਹਨੂੰ। ਇਸ ਤਰ੍ਹਾਂ ਕਰਦਿਆਂ ਕਰਦਿਆਂ ਉਹਦੇ ਜਿਹੜੇ ਨੇ 3-4 ਬੇਟੇ ਬੇਟੀਆਂ ਹੋ ਗਏ। ਤੇ ਉਹਨੇ ਫਿਰ ਆਸਤਾ ਆਸਤਾ ਕਮਾਉਣਾ ਜ਼ਿਆਦਾ ਕਰ ਦਿੱਤਾ। ਟਾਈਮ ਘੱਟ, ਪਾਕਿਸਤਾਨ ਕਿਧਰੇ ਜਾਣਾ 15 ਦਿਨ ਵਾਸਤੇ ਜਾਣਾ, 20 ਦਿਨਾਂ ਵਾਸਤੇ ਜਾਣਾ। ਆਖਰਕਾਰ ਉਹਨੇ ਆਪਣੀਆਂ ਬੇਟੀਆਂ ਵਿਆਹੀਆਂ, ਉਹਨਾਂ ਨੂੰ ਘਰ ਬਣਾ ਕੇ ਦਿੱਤੇ, ਉਹਨਾਂ ਦੀ ਹਰ ਸਹੂਲਤ ਜਿਹੜੀ ਆ ਉਹਨੂੰ ਮੁਯੱਸਰ ਕੀਤੀ। ਆਪਣੇ ਬੱਚਿਆਂ ਨੂੰ ਅੱਛੀ ਐਜੂਕੇਸ਼ਨ ਦਿੱਤੀ। ਅੱਛੀ ਐਜੂਕੇਸ਼ਨ ਦੇਣ ਤੋਂ ਬਾਅਦ ਉਹਨੇ ਸੋਚਿਆ ਕਿ ਹੁਣ ਮੈਂ ਕਾਫੀ ਕੁਝ ਕਰ ਲਿਆ, ਮੇਰਾ ਦਿਲ ਹੈ ਕਿ ਮੈਂ ਨਾ ਪਾਕਿਸਤਾਨ ਵਾਪਸ ਟੁਰ ਜਾਣਾ, ਉੱਥੇ ਜਾ ਕੇ ਕੋਈ ਕਾਰੋਬਾਰ ਕਰਾਂਗਾ। 28 ਸਾਲ ਗੁਜ਼ਰ ਗਏ ਉਹਨੂੰ ਉੱਥੇ ਜਾਪਾਨ। ਤੇ ਉਹਨੇ ਸੋਚਿਆ ਕਿ ਮੇਰਾ ਦਿਲ ਹੈ ਹੁਣ ਮੈਂ ਜਾ ਕੇ ਪਾਕਿਸਤਾਨ ਹੀ ਕੋਈ ਕਾਰੋਬਾਰ ਕਰਾਂ। ਜਿਸ ਵੇਲੇ ਪਾਕਿਸਤਾਨ ਪਹੁੰਚਿਆ ਜਵੇਦ, ਉੱਥੇ ਜਾ ਕੇ ਕੋਈ ਥੋੜਾ ਅਰਸਾ ਗੁਜ਼ਰਿਆ ਤੇ ਉਹ ਬੀਵੀ ਨਾਲ ਉਹਦੀ ਕੋਈ ਥੋੜੀ ਬਹੁਤ ਹਰ ਵਕਤ ਗੱਲ ਤੇ ਹੋਣੀ ਸੀ, ਕਿਉਂਕਿ 28 ਸਾਲ ਉਹ ਬਾਹਰ ਰਿਹਾ ਸੀ ਤੇ ਪਿੱਛੋਂ ਬੀਵੀ ਨੂੰ ਆਦਤ ਪੈ ਗਈ ਸੀ, ਪੈਸੇ ਭੇਜਦਾ ਸੀ ਪਾਕਿਸਤਾਨ ਤੋਂ। ਜਾ ਕੇ ਬੀਵੀ ਨੇ ਸਕੂਲਾਂ 'ਚ ਜਾਣਾ, ਬੀਵੀ ਨੇ ਬਾਜ਼ਾਰੂ ਸ਼ਾਪਿੰਗ ਕਰਕੇ ਲਿਆਉਣੀ, ਬੀਵੀ ਨੇ ਜਿੱਧਰ ਜਾਣਾ ਬੀਵੀ ਨੇ ਖੁਦ ਮੁਖਤਿਆਰ ਸੀ, ਉਹਨੂੰ ਕੋਈ ਰੋਕਣ ਟੋਕਣ ਵਾਲਾ ਨਹੀਂ ਸੀ। ਤੇ ਉਹਨੂੰ ਜਿਸ ਵੇਲੇ ਜਵੇਦ ਵਾਪਸ ਆ ਗਿਆ, ਜਿਸ ਵੇਲੇ ਉਹਨੇ ਮਨਾ ਕਰਨਾ ਕਿ ਨਹੀਂ ਮੈਂ ਕਰ ਲਾਂਗਾ ਕੰਮ, ਤੂੰ ਨਾ ਕਰ, ਤੂੰ ਘਰ ਰਹਿ, ਉਹਨੂੰ ਉਹ ਗੱਲਾਂ ਬੁਰੀਆਂ ਲੱਗਣੀਆਂ। ਉਹਨਾਂ ਦੀ ਆਪਸ 'ਚ ਬਹਿਸ ਹੋਣੀ। ਬਹਿਸ ਕਰਦਿਆਂ ਕਰਦਿਆਂ ਉਹਨਾਂ ਦੇ ਕਾਫੀ ਇਖਤਲਾਫਾਤ ਹੋ ਗਏ। ਲੇਕਿਨ ਜਵੇਦ ਨੇ ਫਿਰ ਵੀ ਕੋਸ਼ਿਸ਼ ਕੀਤੀ ਕਿ ਅਸੀਂ ਨਾ ਇਕੱਠੇ ਹੀ ਰਹੀਏ। ਜਵੇਦ ਨੇ ਕੋਸ਼ਿਸ਼ ਕੀਤੀ ਕਿ ਮੈਂ ਹੁਣ ਕੋਈ ਕਾਰੋਬਾਰ ਕਰਾਂ ਉੱਥੇ ਪਾਕਿਸਤਾਨ। ਉਹਨੇ ਕਾਰੋਬਾਰ ਦੀ ਕੋਸ਼ਿਸ਼ ਕੀਤੀ ਤੇ ਤਕਰੀਬਨ 2-3 ਮਹੀਨੇ ਉਹਨੇ ਲਾਏ। ਉਹ ਕਾਰੋਬਾਰ 'ਚ ਉਹਨੂੰ ਬਹੁਤ ਨੁਕਸਾਨ ਹੋ ਗਿਆ। ਉਹ ਫਿਰ ਘਰ ਬਹਿ ਗਿਆ। ਫਿਰ ਬੀਵੀ ਨਾਲ ਲੜਾਈ ਉਹਦੀ ਸ਼ੁਰੂ ਹੋ ਜਾਣੀ। ਫਿਰ ਕਿਸੇ ਦੋਸਤ ਨੇ ਮਸ਼ਵਰਾ ਦਿੱਤਾ ਉਹਨੂੰ, ਉਹਨੇ ਆਖਿਆ ਤੂੰ ਮੇਰੇ ਨਾਲ ਰਲ ਕੇ ਕਾਰੋਬਾਰ ਕਰ ਤੇ ਠੀਕ ਰਵੇਂਗਾ। ਉਹਨੇ ਆਖਿਆ ਠੀਕ ਹੈ। ਦੋਸਤ ਨੇ ਤੇ ਸੋਚਿਆ, ਬੰਦਾ ਆਪਣਾ ਫਾਇਦਾ ਸੋਚਦਾ, ਉਹਨੇ ਆਖਿਆ ਚਲੋ ਇਹਦੇ ਕੋਲ ਪੈਸਾ ਹੈ ਤੇ ਇਹਦੇ ਨਾਲ ਰਲ ਕੇ ਚਲੋ ਮੈਂ ਵੀ ਠੀਕ ਹੋ ਜਾਵਾਂਗਾ। ਉਹ ਜਨਾਬ ਦੋਸਤ ਨਾਲ ਰਲ ਕੇ ਉਹਨੇ ਬਿਜ਼ਨਸ ਕੀਤਾ। ਉਹ ਦੋਸਤ ਨੇ ਆਪਣੇ ਨਾਂ ਤੇ ਸਾਰਾ ਕਾਰੋਬਾਰ ਕੀਤਾ ਉਹਦਾ। ਜਿਸ ਵੇਲੇ ਸਾਰਾ ਕਾਰੋਬਾਰ ਸੈੱਟ ਹੋ ਗਿਆ, ਉਹਨੇ ਜਵੇਦ ਨੂੰ ਲੱਤ ਕਰਾ ਦਿੱਤੀ। ਉਹਨੇ ਆਖਿਆ ਤੇਰਾ ਵਿੱਚ ਕੋਈ ਹਿੱਸਾ ਨਹੀਂ। ਜਵੇਦ ਕਾਫੀ ਤੋੜਿਆ ਭੱਜਿਆ, ਲੇਕਿਨ ਕੁਝ ਉਹਨੂੰ ਹਾਸਲ ਨਾ ਹੋ ਸਕਿਆ। ਫਿਰ ਉਹ ਘਰ, ਫਿਰ ਬੀਵੀ ਨਾਲ ਕਾਫੀ ਲੜਾਈ ਹੋਣੀ, ਹਰ ਗੱਲ ਤੇ ਹੋਣੀ। ਆਖਰਕਾਰ ਉਹਨਾਂ ਦੋਵਾਂ ਦੀ ਅਲੱਦਗੀ ਹੋ ਗਈ। ਬੱਚੇ ਉਹਨਾਂ ਦੇ ਜਵਾਨ, 2 ਬੇਟੀਆਂ ਦੀ ਸ਼ਾਦੀ ਕਰ ਦਿੱਤੀ। ਕਿਉਂਕਿ ਬੀਵੀ ਵੈਸੇ ਵੀ ਜਿਹੜੀ ਹੈ ਨਾ ਖੁਦ ਮੁਖਤਿਆਰ ਹੋਈ ਸੀ, ਉਹ ਨਹੀਂ ਸੀ ਚਾਹੁੰਦੀ ਕਿ ਬਸ ਨਾ ਜਵੇਦ ਮੈਨੂੰ ਨਾ ਰੋਕੇ ਟੋਕੇ। ਉਹ ਜਨਾਬ ਲੱਦਗੀ ਹੋ ਗਈ ਉਹਨਾਂ ਦੀ। ਕੋਈ ਥੋੜਾ ਜਿਹਾ ਅਰਸਾ ਗੁਜ਼ਰਿਆ ਤੇ ਜਿਹੜਾ ਜਵੇਦ ਹੈ ਉਹਨੂੰ ਹਾਰਟ ਅਟੈਕ ਹੋਇਆ। ਉਹ ਹਸਪਤਾਲ ਪਹੁੰਚ ਗਿਆ। ਹਸਨ ਜਿਹੜਾ ਹੈ ਉਹ ਕਹਿੰਦਾ ਮੈਂ ਹਸਪਤਾਲ ਉੱਥੇ ਗਿਆ। ਹਸਪਤਾਲ ਜਾ ਕੇ ਉਹਦੇ ਨਾਲ ਮੁਲਾਕਾਤ ਹੋਈ ਹੈ। ਮੈਨੂੰ ਕਹਿੰਦਾ ਹਸਨ ਬਹੁਤ ਚੰਗਾ ਕੀਤਾ ਤੂੰ ਜਿਹੜਾ ਕਿਸੇ ਦੂਸਰੇ ਮੁਲਕ ਨਹੀਂ ਗਿਆ। ਮੈਂ ਪੁੱਛਿਆ ਕਿਉਂ? ਉਹਨੇ ਆਖਿਆ ਤੂੰ ਆਪਣੇ ਬੀਵੀ ਬੱਚਿਆਂ 'ਚ ਰਹੇ, ਅੱਜ ਉਹਨਾਂ ਨੂੰ ਤੇਰਾ ਅਹਿਸਾਸ ਹੈ। ਤੇਰੇ ਬੱਚਿਆਂ ਨੂੰ ਮੈਂ ਜਾਣਨਾ ਕਿਤਨੇ ਤੇਰੇ ਨਾਲ ਪਿਆਰ ਕਰਦੇ ਨੇ, ਤੇ ਮੇਰੇ ਬੱਚੇ 10 ਮਿੰਟ ਵੀ ਨਹੀਂ ਮੇਰੇ ਕੋਲ ਬਹਿੰਦੇ। ਉਹਨਾਂ ਨੂੰ ਪਤਾ ਹੀ ਨਹੀਂ ਮੈਂ ਉਹਨਾਂ ਦਾ ਪਿਓ ਹਾਂ। ਤੇ ਮੇਰੀ ਬੀਵੀ ਜਿਹੜੀ ਹੈ ਮੈਨੂੰ ਪੂਰੀ ਰਾਤ ਖਾਂਸੀ ਲੱਗੀ ਰਹਿੰਦੀ ਹੈ ਤੇ ਉਹ ਆ ਕੇ ਮੇਰਾ ਹਾਲ ਵੀ ਨਹੀਂ ਪੁੱਛਦੀ। ਕਹਿੰਦਾ ਮੈਂ ਪੈਸਾ ਹੀ ਕਮਾ ਸਕਿਆ, ਇਹਨਾਂ ਦੀਆਂ ਸਹੂਲਤਾਂ ਢੂੰਡਦਾ ਮੈਂ ਬੜੀ ਦੂਰ ਨਿਕਲ ਗਿਆ। ਮੈਂ ਪਿੱਛੇ ਆ, ਮੈਨੂੰ ਤਾਂ ਕੁਝ ਹਾਸਲ ਨਹੀਂ ਹੋਇਆ। ਇਹ ਤੇ ਆਪਣੇ ਸਾਰੇ ਸੈੱਟ ਹੋ ਗਏ ਨੇ। ਮੈਂ ਆਪਣੀ ਬੀਵੀ ਖੋ ਦਿੱਤੀ ਹੈ ਕਿਉਂਕਿ ਸਾਡੀ ਹੁਣ ਆਪਸ 'ਚ ਨਹੀਂ ਲੱਗਦੀ, ਅਸੀਂ ਨਹੀਂ ਰਹਿ ਸਕਦੇ। ਹਸਨ ਕਹਿੰਦਾ ਮੈਂ ਕਿਹਾ ਚਲੋ ਕੋਈ ਨਹੀਂ, ਅੱਲਾ ਤੈਨੂੰ ਸਿਹਤ ਦੇਗਾ। ਥੋੜਾ ਅਰਸਾ ਗੁਜ਼ਰਿਆ, ਪਤਾ ਲੱਗਾ ਜੀ ਜਵੇਦ ਇਸ ਦੁਨੀਆ ਤੋਂ ਟੁਰ ਗਿਆ। ਉਹਨੂੰ ਹਾਰਟ ਅਟੈਕ ਹੋਇਆ। ਫਿਰ ਦੁਨੀਆ ਤੋਂ ਟੈਨਸ਼ਨ ਲੈ ਕੇ ਉਹ ਜਾਂਦਾ ਰਿਹਾ ਇਸ ਦੁਨੀਆ ਤੋਂ। ਤੇ ਕੋਈ ਥੋੜਾ ਅਰਸਾ ਗੁਜ਼ਰਿਆ, ਪਤਾ ਲੱਗਾ ਕਿ ਉਹਦੀ ਬੀਵੀ ਵੀ ਜਿਹੜੀ ਹੈ ਦਿਮਾਗ ਦੀ ਨਾੜ ਫਟਣ ਨਾਲ ਉਹ ਵੀ ਜਾਂਦੀ ਰਹੀ ਹੈ। ਦੋਵੇਂ ਮੀਆਂ ਬੀਵੀ ਟੁਰ ਗਏ। ਯਾਨੀ ਕਿ ਉਹਨੇ ਵੀ ਟੈਨਸ਼ਨ ਲੈ ਲਈ
ਤੇ ਜਵੇਦ ਨੇ ਵੀ ਟੈਨਸ਼ਨ ਲੈ ਲਈ। ਕਿਸ ਵਜ੍ਹਾ ਤੋਂ? ਕਿਉਂਕਿ ਸਾਰੀ ਜ਼ਿੰਦਗੀ 28 ਸਾਲ ਜਵੇਦ ਬਾਹਰ ਕੱਟ ਕੇ ਆਇਆ ਸੀ। ਬਾਹਰ ਕੱਟਣ ਤੋਂ ਬਾਅਦ ਉਹਨੇ ਕੁਝ ਹਾਸਲ ਨਹੀਂ ਕੀਤਾ। ਬੱਚੇ ਸਾਰਿਆਂ ਦੇ ਮਕਾਨ ਬਣਾ ਦਿੱਤੇ, ਸਾਰੀਆਂ ਪ੍ਰਾਪਰਟੀਆਂ ਬਣਾ ਦਿੱਤੀਆਂ, ਲੇਕਿਨ ਜਵੇਦ ਆਪਣੇ ਵਾਸਤੇ ਨਾ ਸਕੂਨ ਖੱਟ ਸਕਿਆ। ਉਮਰ ਵੀ 55 ਸਾਲ ਦੀ ਉਮਰ 'ਚੋਂ ਜਾਂਦਾ ਰਿਹਾ। ਬੀਵੀ ਦੀ 53 ਸਾਲ ਉਮਰ, ਦੋਵੇਂ ਆਪਣੀ ਟੈਨਸ਼ਨਾਂ ਨਾਲ ਨਹੀਂ ਜਾਂਦੇ ਰਹੇ, ਇੱਕ ਦੂਜੇ ਨਾਲ ਲੜ ਲੁੜ ਕੇ ਤੇ ਜ਼ਿੰਦਗੀ ਜ਼ਾਇਆ ਕਰ ਲਈ। ਬਿਹਤਰ ਇਹ ਹੀ ਹੁੰਦਾ ਹੈ ਕਿ ਆਪਣੇ ਬੱਚਿਆਂ 'ਚ ਹੀ ਰਹੀਏ ਤੇ ਜ਼ਿੰਦਗੀ ਤਾਂ ਹੀ ਸਕੂਨ ਦੀ ਗੁਜ਼ਰਦੀ ਹੈ। ਨਹੀਂ ਬੱਚਿਆਂ 'ਚ ਰਹਿ ਸਕਦੇ ਤਾਂ ਤੁਹਾਡਾ ਰਾਬਤਾ ਇੰਨਾ ਕੋਈ ਹੋਣਾ ਚਾਹੀਦਾ ਹੈ ਕਿ ਉਹਨਾਂ ਨੂੰ ਅਹਿਸਾਸ ਹੋਵੇ ਕਿ ਤੁਸੀਂ ਉਹਨਾਂ ਦੇ ਆਪਣੇ ਹੋ। ਵਰਨਾ ਪ੍ਰਦੇਸ਼ 'ਚ ਰਹਿ ਕੇ ਜਿਸੇ ਤੁਸੀਂ ਆਪਣੇ ਬੱਚਿਆਂ ਕੋਲ ਜਾਂਦੇ ਹੋ ਨਾ, ਤੁਹਾਨੂੰ ਕੱਖ ਨਹੀਂ ਲੱਭਦਾ, ਸਵਾਏ ਤੁਸੀਂ ਪੈਸੇ ਹੀ ਕਮਾ ਸਕਦੇ ਹੋ, ਉਹਨਾਂ ਨੂੰ ਪੈਸਾ ਹੀ ਨਜ਼ਰ ਆਉਂਦਾ, ਤੁਸੀਂ ਨਜ਼ਰ ਨਹੀਂ ਆਉਂਦੇ। ਪ੍ਰਦੇਸ਼ 'ਚ ਰਹਿਣ ਦਾ ਮਕਸਦ ਇਹ ਹੁੰਦਾ ਜਾਂ ਆਪਣੇ ਬੀਵੀ ਬੱਚੇ ਕੋਲ ਰੱਖੋ